ਵਾਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਿਲਾ ਪਹਿਲਾ। ਤਿਤੁਕੀ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਭਾਈ, ਵਿਣਸੈ ਨਾਮ ਵਿਸਾਰੀ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਜੁਗੋਂ ਜੁਗ ਅਟਲ। ਸ਼ਬਦ ਗੁਰੂ ਬਾਣੀ ਕੇ ਬੋਹਿਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਦਾ ਪਾਵਨ ਮੁੱਖ ਵਾਕ ਸੋਰਠ ਰਾਗ ਦੇ ਵਿੱਚ ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅਸ਼ਟਪਦੀਆਂ ਦੇ ਸਿਰਲੇਖ ਹੇਠ ਤਿਤੁਕੀ ਦੀ ਇਹ ਅਸ਼ਟਪਦੀ ਹੈ। ਆਓ ਕਿ ਇਸ ਪਾਵਨ ਸ਼ਬਦ ਦੀਆਂ ਜਿਹੜੀਆਂ ਪੰਕਤੀਆਂ ਨੇ, ਇੱਕ ਪਦੇ ਵਿੱਚ ਤਿੰਨ ਹਨ ਅਤੇ 8 ਪਦੇ ਹਨ। ਜਿੱਥੇ ਤੁਕਾਂ ਨਾਲ ਸੰਬੰਧ ਆਏਗਾ ਉਸਦਾ ਅਰਥ ਹੁੰਦਾ ਹੈ ਕਿ ਇਹ ਗੁਰਬਾਣੀ ਦੇ ਵਿੱਚ ਉਸ ਸ਼ਬਦ ਦੇ ਜੋ ਪਦੇ ਆ ਰਹੇ ਹਨ ਉਸ ਵਿੱਚ ਕਿਤਨੀਆਂ ਕਿਤਨੀਆਂ ਤੁਕਾਂ ਨੇ, ਉਹਨੂੰ ਕਹਿੰਦੇ ਨੇ ਤਿਤੁਕੀ, ਇੱਕ ਤੁਕੀ, ਦੋ ਤੁਕੀ, ਤਿੰਨ ਤੁਕੀ, ਚਾਰ ਤੁਕੀ। ਆਓ ਕਿ ਜੇ ਇੱਕ ਪਦੇ 'ਚ 4 ਤੁਕਾਂ ਆਈਆਂ ਨੇ ਅਤੇ ਗੁਰੂ ਸਾਹਿਬ ਨੇ ਸਿਰਲੇਖ ਦੇ ਦਿੱਤਾ 4 ਤੁਕੀ। ਜਿੱਥੇ 3 ਆਈਆਂ ਨੇ ਉੱਥੇ ਸਿਰਲੇਖ ਦਿੱਤਾ 3 ਤੁਕੀ। ਫਿਰ ਨਾਲ ਇਹ ਦੱਸ ਦਿੱਤਾ ਵੀ ਇਹ ਜਿਹੜਾ ਸ਼ਬਦ ਹੈ ਇਹ ਕਿਤਨੇ ਪਦਿਆਂ ਦਾ ਹੈ। ਜਿਵੇਂ ਅਸੀਂ ਦੇਖਦੇ ਹਾਂ, ਇੱਕ ਪਦਾ, ਦੁਪਦਾ, ਤਿਪਦਾ, ਚੌਪਦਾ, ਪੰਜਪਦਾ, ਅਸ਼ਟਪਦੀ। ਅਸ਼ਟਪਦੀ ਦਾ ਅਰਥ ਹੀ ਹੈ ਜਿਹਦੇ ਪਦੇ 8 ਨੇ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਹਿਬ ਨੇ ਜੋ ਵੀ ਕੁਛ ਦਰਜ ਕੀਤਾ, ਪੂਰਨ ਤੌਰ ਤੋਂ ਸਿੱਖ ਨੂੰ ਉਹਦੀ ਡਿਟੇਲ, ਉਸਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਤਾਂ ਕਿ ਅਸੀਂ ਸਹੀ ਤਰੀਕੇ ਨਾਲ ਬਾਣੀ ਨੂੰ ਸਮਝ ਸਕੀਏ ਔਰ ਬਾਣੀ ਦਾ ਆਧਾਰ ਕੀ ਹੈ ਇਹ ਸਾਨੂੰ ਸਮਝ ਆ ਸਕੇ। ਸੋ ਅੱਜ ਦਾ ਪਾਵਨ ਮੁੱਖ ਵਾਕ ਤਿਤੁਕੀ ਦੇ ਸਿਰਲੇਖ ਹੇਠ ਹੈ। ਪਾਵਨ ਅੰਕ 635 ਦੇ ਉੱਤੇ ਅਤੇ 36 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਇਸ ਸ਼ਬਦ ਦਾ ਕੇਂਦਰੀ ਭਾਵ ਹੈ, ਸੁਨ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਊਪਜੈ ਭਾਈ, ਸੋ ਆਤਮ ਤਤ ਵਿਚਾਰੀ ਰਹਾਓ। ਗੁਰੂ ਮਹਾਰਾਜ ਇੱਥੇ ਆਖ ਰਹੇ ਹਨ, ਕਰਮਾਕਾਰੀ ਦਾ ਅਰਥ ਹੈ ਕਰਮ ਕਾਂਡਾਂ ਵਿੱਚ ਪਿਆ ਹੋਇਆ ਗਿਆਨਵਾਨ ਮਨੁੱਖ। ਭਾਵ ਕਿ ਕਰਮਕਾਂਡੀ ਮਨੁੱਖ ਜੋ ਤੀਰਥ ਵਰਤ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਵਿੱਚ ਪਿਆ ਹੋਇਆ, ਉਸਨੂੰ ਆਵਾਜ਼ ਮਾਰੀ, ਸੁਣ ਪੰਡਿਤ ਕਰਮਾਕਾਰੀ। ਹੇ ਪੰਡਿਤ ਸੁਣ, ਕਰਮਕਾਂਡੀ ਮਨੁੱਖ ਸੁਣ, ਜਿਤ ਕਰਮ ਸੁਖ ਉਪਜੈ ਪਾਈ, ਜਿਸ ਕਰਮ ਨੂੰ ਕਰਕੇ ਆਤਮਿਕ ਸੁਖ ਦੀ ਪ੍ਰਾਪਤ ਹੋਣੀ ਹੈ। ਹੇ ਭਰਾ, ਸੋ ਆਤਮ ਤਤ ਵਿਚਾਰੀ, ਉਹ ਹੈ ਆਪਣੇ ਆਤਮਿਕ ਜੀਵਨ ਦੀ ਸੋਝੀ ਹੋਣੀ। ਭਾਵ ਕਿ ਆਤਮਾ ਦੇ ਤੱਤ ਦਾ ਗਿਆਨ ਹੋਣਾ। ਆਤਮ ਤੱਤ ਕੀ ਹੁੰਦਾ ਹੈ? ਆਪਣੇ ਅਸਲੇ ਦੀ ਸੋਝੀ ਹੋ ਜਾਣੀ ਕਿ ਇਹ ਜਿਹੜਾ ਸਰੀਰ ਹੈ ਉਹ ਕਿਸ ਦੇ ਆਸਰੇ 'ਤੇ ਚੱਲ ਰਿਹਾ, ਉਹਨੂੰ ਕਹਿੰਦੇ ਨੇ ਆਤਮਿਕ ਤੱਤ। ਮਹਾਰਾਜ ਕਹਿੰਦੇ ਨੇ ਆਤਮਿਕ ਤੱਤ ਦੀ ਕਹਿੰਦੇ ਨੇ ਵਿਚਾਰ ਕਰ, ਅਤੇ ਐਵੇਂ ਇਹ ਕਰਮ ਕਾਂਡਾਂ ਦੇ ਵਿੱਚੋਂ ਸੁੱਖ ਨਹੀਂ ਮਿਲਣਾ। ਪਾਓ ਕਿ ਜੇ ਆਤਮਿਕ ਸੁੱਖ ਚਾਹੁੰਦਾ ਅਤੇ ਆਤਮਿਕ ਜੀਵਨ ਦੀ ਪਰਚੋਲ ਕਰ, ਆਪਣੇ ਆਪ ਦੀ ਪਰਚੋਲ ਕਰ। ਪਹਿਲੇ ਬੰਦ ਵਿੱਚ ਮਹਾਰਾਜ ਨੇ ਕਿਹਾ ਕਿ ਸੋਰਠ ਮਹਿਲਾ ਪਹਿਲਾ ਤਿਤੁਕੀ ਇਹ ਸਿਰਲੇਖ ਹੈ। ਅੱਗੇ ਕਹਿ ਰਹੇ ਨੇ ਆਸਾ ਮਨਸਾ ਬੰਧਨੀ ਭਾਈ,
ਕਰਮ ਧਰਮ ਬੰਧਕਾਰੀ। ਭਾਈ ਦਾ ਅਰਥ ਹੈ ਹੇ ਭਰਾ, ਹੇ ਭਾਈ, ਆਸਾ ਅਤੇ ਮਨਸਾ। ਇਸ ਦਾ ਅਰਥ ਹੈ ਆਸਾ ਅਤੇ ਇਹ ਮਾਇਆ ਦੇ ਫੁਰਨੇ, ਇਹ ਮਨੁੱਖ ਨੂੰ, ਬੰਧਕਾਰੀ ਦਾ ਅਰਥ ਹੈ ਬੰਧਨ ਦੇ ਵਿੱਚ ਬੰਨਣ ਵਾਲੇ ਹਨ। ਸਾਡੇ ਵਿੱਚ ਜੋ ਆਸਾਵਾਂ ਨੇ, ਜੋ ਇੱਛਾਵਾਂ ਨੇ, ਮਾਇਆ ਦੇ ਜੋ ਸਾਡੇ ਅੰਦਰ ਫੁਰਨੇ ਉੱਠ ਰਹੇ ਨੇ, ਇਹ ਸਾਨੂੰ ਪੂਰੀ ਜ਼ਿੰਦਗੀ ਬੰਧਨਾਂ ਦੇ ਵਿੱਚ ਬੰਨ੍ਹ ਕੇ ਰੱਖਦੇ ਹਨ। ਕਰਮ ਧਰਮ ਬੰਧਕਾਰੀ। ਅਤੇ ਮਹਾਰਾਜ ਕਹਿੰਦੇ ਨੇ ਧਰਮ ਦੇ ਜਿਹੜੇ ਕਰਮ ਨੇ, ਵਿਖਾਵੇ ਦੇ ਜਿਹੜੇ ਕਰਮ ਨੇ, ਜਿਵੇਂ ਤੀਰਥ ਵਰਤ ਆਦਿਕ ਜਿਹੜੇ ਕਰਮ ਨੇ, ਇਹ ਮਨੁੱਖ ਨੂੰ ਬੰਧਨਾਂ ਵਿੱਚ ਬੰਨ੍ਹਣ ਵਾਲੇ ਹਨ। ਇਹਨਾਂ ਦੇ ਵਿੱਚ ਰਿਹਾ ਮਨੁੱਖ ਬੰਧਨਾਂ ਵਿੱਚ ਹੀ ਬੰਨ੍ਹਿਆ ਰਹਿੰਦਾ ਹੈ, ਜੀਵਨ ਦੀ ਸੋਝੀ ਕੋਈ ਨਹੀਂ ਆਉਂਦੀ। ਇਸ ਕਰਕੇ ਸਾਹਿਬ ਕਹਿ ਰਹੇ ਨੇ ਪਾਪ ਪੁੰਨ ਜਗ ਜਾਇਆ ਭਾਈ, ਹੇ ਭਰਾ, ਹੇ ਭਾਈ, ਪਾਪ ਅਤੇ ਪੁੰਨ ਦੀ ਵਿਚਾਰ ਹੀ ਇਹ ਮਿੱਥੀ ਹੋਈ ਹੈ ਕਿ ਜਗਤ ਦੇ ਅੰਦਰ ਇਸ ਕਰਕੇ ਹੀ ਬਾਰ-ਬਾਰ ਜਨਮ ਹੁੰਦਾ ਹੈ। ਅਤੇ ਵਿੰਸੈ ਨਾਮ ਵਿਸਾਰੀ। ਸਤਿਗੁਰੂ ਜੀ ਆਖ ਰਹੇ ਨੇ ਨਾਮ ਨੂੰ ਭੁਲਾ ਕੇ, ਵਿੰਸੈ ਦਾ ਅਰਥ ਹੈ ਮਨੁੱਖ ਦੀ ਆਤਮਿਕ ਮੌਤ ਹੋ ਜਾਂਦੀ ਹੈ। ਮਨੁੱਖ ਹਰ ਰੋਜ਼ ਵਿੰਸਦਾ ਹੈ, ਹਰ ਰੋਜ਼ ਆਤਮਿਕ ਮੌਤ ਮਰਦਾ ਹੈ। ਨਾਮ ਨੂੰ ਚੇਤੇ ਕਰਨਾ ਹੀ ਆਤਮਿਕ ਜੀਵਨ ਨੂੰ ਕਾਇਮ ਰੱਖਣਾ ਹੈ, ਜਿਉਂਦਾ ਰੱਖਣਾ ਹੈ। ਨਾਮ ਦਾ ਵਿਸਰ ਜਾਣਾ ਹੀ ਆਤਮਿਕ ਮੌਤ ਹੈ। ਫਿਰ ਕਹਿ ਰਹੇ ਨੇ ਮਹਾਰਾਜ, ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਹੇ ਭਾਈ, ਇਹ ਜਿਹੜੀ ਮਾਇਆ ਹੈ, ਇਹ ਜਗਤ ਵਿੱਚ ਮਨ ਨੂੰ ਮੋਹਣ ਵਾਲੀ ਹੈ। ਭਾਵ ਕਿ ਜਗਤ ਦੇ ਲੋਕਾਂ ਨੂੰ ਇਸ ਮਾਇਆ ਨੇ ਆਪਣੇ ਮੋਹ ਵਿੱਚ ਫਸਾਇਆ ਹੋਇਆ ਹੈ। ਕਰਮ ਸਭੇ ਬੇਕਾਰੀ। ਅਤੇ ਜਿਹੜੇ ਕਰਮ ਨੇ ਉਹ ਸਾਰੇ ਦੇ ਸਾਰੇ ਜਿਹੜੇ ਮਿੱਥੇ ਹੋਏ ਕਰਮ ਨੇ, ਕੇਵਲ ਤਾਂ ਕੇਵਲ ਵਿਕਾਰ ਹੀ ਪੈਦਾ ਕਰਦੇ ਹਨ, ਅਹੰਕਾਰ ਹੀ ਪੈਦਾ ਕਰਦੇ ਹਨ ਵੀ ਮੈਂ ਬੜਾ ਧਾਰਮਿਕ ਹੋ ਗਿਆ ਹਾਂ, ਮੈਂ ਧਾਰਮਿਕ ਕੰਮ ਕਰਦਾ ਹਾਂ। ਸਤਿਗੁਰੂ ਕਹਿੰਦੇ ਨੇ ਮਾਇਆ ਵਿੱਚ ਗਲਤਾਨ ਹੋ ਕੇ ਕੀਤੇ ਹੋਏ ਕਰਮ ਜਿਹੜੇ ਨੇ ਨਾ, ਉਹ ਵਿਕਾਰਾਂ ਤੋਂ ਬਿਨਾਂ ਹੋਰ ਕੁਛ ਵੀ ਉਹਨਾਂ ਤੋਂ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਭ ਕਰਮ ਕਰਨ ਤੋਂ ਬਾਅਦ ਵੀ ਮਹਾਰਾਜ ਵਿਕਾਰਾਂ ਵਿੱਚ ਰਹਿੰਦਾ ਹੈ, ਮਾਇਆ 'ਚ ਗਲਤਾਨ ਰਹਿੰਦਾ। ਕਿਉਂਕਿ ਜਦੋਂ ਤੱਕ ਅਸੀਂ ਮਿੱਥੇ ਹੋਏ ਕਰਮ ਕਰਾਂਗੇ, ਤੀਰਥ ਵਰਤ ਆਦਿਕ ਹੋਰ ਕੰਮ, ਉਹਨਾਂ ਚਿਰ ਸਾਡੇ ਜੀਵਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਇਹ ਦੂਰ ਨਹੀਂ ਹੋਣਗੇ। ਫਿਰ ਅਗਲੇ ਵਚਨ ਕੀਤੇ ਮਹਾਰਾਜ ਨੇ, ਸਾਸਤ ਵੇਦ ਵਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਹੇ ਪੰਡਿਤ, ਹੇ ਭਰਾ, ਆਖਣ ਲੱਗੇ ਸਤਿਗੁਰੂ ਤੂੰ ਸ਼ਾਸਤਰ ਵੇਦ ਖੜ੍ਹਾ ਹੋ ਕੇ ਲੋਕਾਂ ਨੂੰ, ਵਕਿਆਂ ਦਾ ਅਰਥ ਹੈ ਚੰਗੀ ਤਰੀਕੇ ਦੇ ਨਾਲ ਖੋਲ੍ਹ ਕੇ ਦੱਸਦਾ ਹੈ, ਚੰਗੀ ਤਰੀਕੇ ਦੇ ਨਾਲ ਉਸਦੀ ਵਿਆਖਿਆ ਕਰਦਾ ਹੈ। ਕਰਮ ਕਰੋ ਸੰਸਾਰੀ, ਪਰ ਤੂੰ ਵੀ ਮਾਇਆ ਵਿੱਚ ਗਲਤਾਨ ਹੋਣ ਵਾਲੇ ਹੀ ਕਰਮ ਕਰ ਰਿਹਾ ਹੈ। ਧਾਰਮਿਕ ਲੋਕਾਂ ਨੂੰ, ਸਾਡੇ ਵਰਗੇ ਲੋਕਾਂ ਨੂੰ, ਜਿਹੜੇ ਹੋਰ ਵੀ ਜਿਹੜੇ ਧਾਰਮਿਕ ਕੰਮ ਕਰ ਰਹੇ ਹਨ, ਉਹਨਾਂ ਨੂੰ ਸਤਿਗੁਰੂ ਕਹਿੰਦੇ ਤੂੰ ਸ਼ਾਸਤਰ ਵੇਦ ਧਾਰਮਿਕ ਗ੍ਰੰਥ ਬੜੇ ਖੋਲ੍ਹ ਕੇ ਉਹਨਾਂ ਦੀ ਵਿਆਖਿਆ ਕਰਦਾ ਹੈ, ਦੱਸਦਾ ਹੈ, ਪਰ ਮਾਇਆ ਵਿੱਚ ਗਲਤਾਨ ਹੋਣ ਵਾਲੇ ਸੰਸਾਰੀ ਕਰਮ ਹੀ ਕਰਦਾ ਹੈ। ਪਾਓ ਕਿ ਤੂੰ ਵੀ ਇਹਨਾਂ ਸ਼ਾਸਤਰਾਂ ਵੇਦਾਂ ਤੋਂ ਕੋਈ ਸੋਝੀ ਲੈ ਕੇ ਇਹਨਾਂ ਵਿੱਚੋਂ ਆਪਣੇ ਆਪ ਨੂੰ ਪਾਸੇ ਨਹੀਂ ਕੀਤਾ। ਫਿਰ ਮਹਾਰਾਜ ਕਹਿ ਰਹੇ ਨੇ ਪਾਖੰਡ ਮੈਲ ਨਾ ਚੁੱਕੇ ਭਾਈ, ਅੰਤਰ ਮੈਲ ਵਿਕਾਰੀ। ਮਨੁੱਖ ਕਈ ਵਾਰੀ ਧਾਰਮਿਕ ਵਿਖਾਵੇ ਦੇ ਕੰਮ ਕਰਦਾ, ਉਹਨਾਂ ਨੂੰ ਗੁਰਬਾਣੀ ਪਾਖੰਡ ਕਹਿੰਦੀ ਹੈ। ਸੋ ਕਹਿੰਦੇ ਪਾਖੰਡ ਦੇ ਵਿੱਚ ਰਿਹਾ, ਤੇਰੇ ਅੰਦਰ ਵਿਕਾਰਾਂ ਦੀ ਜਿਹੜੀ ਮੈਲ ਹੈ, ਪਾਖੰਡ ਕੀਤਿਆਂ ਇਹ ਵਿਕਾਰਾਂ ਦੀ ਮੈਲ ਦੂਰ ਨਹੀਂ ਹੋਣੀ। ਹੇ ਭਾਈ, ਅੰਤਰ ਮੈਲ ਵਿਕਾਰੀ, ਕਿਉਂਕਿ ਹਿਰਦੇ ਦੇ ਅੰਦਰ ਵਿਕਾਰਾਂ ਦੀ ਮੈਲ ਹੈ, ਔਰ ਇਹ ਕੇਵਲ ਕਰਮ ਕਾਂਡ ਕੀਤਿਆਂ, ਬਾਹਰੋਂ ਧਾਰਮਿਕ ਲਿਬਾਸ ਪਾਇਆਂ, ਧਾਰਮਿਕ ਕਰਮ ਕੀਤਿਆਂ ਇਹ ਮੈਲ ਦੂਰ ਨਹੀਂ ਹੋਣੀ। ਫਿਰ ਕਹਿ ਰਹੇ ਨੇ ਇਨ ਬਿਦ ਡੂਬੀ ਮਾਕਰੀ ਭਾਈ, ਉਂਡੀ ਸਿਰਕੈ ਭਾਈ। ਗੁਰੂ ਸਾਹਿਬ ਇੱਥੇ ਸਮਝਾਉਣ ਲੱਗੇ, ਕਹਿੰਦੇ ਇਸ ਤਰੀਕੇ ਦੇ ਨਾਲ ਮਾਕੜੀ ਦਾ ਅਰਥ ਹੈ ਮਕੜੀ। ਤੁਸੀਂ ਵੇਖੋ ਕਿ ਮਕੜੀ ਆਪ ਆਪਣਾ ਜਾਲ ਤਿਆਰ ਕਰਦੀ ਹੈ, ਤਾਨਾ ਪੇਟਾ ਤਿਆਰ ਕਰਦੀ ਹੈ, ਅਤੇ ਕਈ ਵਾਰੀ ਉੱਪਰੋਂ ਡਿੱਗ ਕੇ ਸਿਰ ਦੇ ਭਾਰ ਉਹਦੇ ਵਿੱਚ ਪੁੱਠੀ ਲਟਕ ਜਾਂਦੀ ਹੈ, ਅਤੇ ਲਟਕ ਕੇ ਉਹਦੇ ਵਿੱਚ ਫਸ ਕੇ ਮਰ ਜਾਂਦੀ ਹੈ। ਮਹਾਰਾਜ ਕਹਿੰਦੇ ਸੰਸਾਰ ਦਾ ਇਹੀ ਹਾਲ ਹੈ ਕਿ ਜਿਹੜੇ ਕੀਤੇ ਹੋਏ ਧਾਰਮਿਕ ਮਿੱਥੇ ਹੋਏ ਕਰਮ ਕਾਂਡ ਨੇ, ਉਹਨਾਂ ਵਿੱਚ ਫਸ ਕੇ ਹੀ ਤੇਰੀ ਆਤਮਿਕ ਮੌਤ ਹੋ ਰਹੀ ਹੈ, ਤੂੰ ਆਤਮਿਕ ਤੌਰ ਤੋਂ ਮਰ ਰਿਹਾ ਹੈ।
इन विद डूबी माकरी पाई, उंडी सिरकै भारी। अगले वचन कीते, दुरमत घनी विगुती पाई। हे भाई, दुरमत का अर्थ है भैड़ी मत, मनुख नूं खुआर करती है। घनी का अर्थ है बहुत ज़्यादा, विगुती का अर्थ है खुआर करती है। मनुख के जीवन में जो भैड़ी मत है, औगुण ने, विकार ने, ये मनुख नूं खुआर करते हैं। दूजे पाए खुआरी, परमात्मा नूं छड्ड के जदों माया विच मनु गलतान हो जाता है तो मर कहते फिर दूजे विच पै के मनुख की खुआरी होंदी है। बिन सतगुर नाम ना पाईए भाई, मर कहते सतगुर तो बिना हे भरा नाम की प्राप्ति नहीं होंदी। बिन नाम है भरम ना जाई, तो नाम तो बिना मनुख की जिहड़ी भटकना है वो दूर नहीं होंदी। फिर कहन लगे अगले वचन, सतगुर सेवे तां सुख पाए भाई। हे भाई, सतगुर सेवे का अर्थ है सतगुर के दसे हुए रस्ते ते जिहड़े चलते हैं वो आत्मिक सुख प्राप्त कर लेंदे हन। ते जिन्होंने आत्मिक सुख मिल जाता है, आवन जान राही उन्हों का संसार विच आना, संसार तो जाना ये खत्म हो जाता है, जन्म मरण का गेड़ मुक जाता है। फिर महाराज आखिर ने, साच सहज गुर ते उपजे पाई। सच ਅਤੇ सहज का अर्थ है आत्मिक अडोलता, गुर ते उपजे पाई। पाओ कि गुरु तो जीवन के अंदर वो आत्मिक अडोलता, सदा स्थिर रहन वाली अडोलता प्राप्त होती है। और आखन लगे, हे भाई, मन निर्मल साथ समाई, तो मन सच दे समा के निर्मल हो जाता है। जदों असीं सच नाल जुड़ जाते हाँ तो ये मन निर्मल हो जाता है। गुर सेवे सो बूझे भाई, वो मनुख ही बुझदा है जिहड़ा कि गुरु के दसे हुए रस्ते ते चलता है। गुर बिन मग ना पाई, गुरु तो बिना ये जिहड़ा रस्ता है अध्यात्म वाला ये प्राप्त नहीं होंदा। मग कहंदे ने मार्ग नूं, रस्ते नूं। जिस अंतर लोभ के कर्म कमावे भाई, कूड़ बोल विखाई। मार्ग ने जिहड़ा झूठ बोल रहा है, कूड़ बोल रहा है, वो संसार दे विच विख खा रहा है। जिस दे अंदर लोभ है तो वह धार्मिक काम की करेगा। लोभ का बदया होया दा कर्म किया धार्मिक भी वो लेखे विच नहीं आएगा। फिर महाराज कहते ने, पंडित दही बलोईए भाई, विचों निकले तत्थ। हे भाई, कहते ने जिहड़ा मनुख, हे पंडित, हे विद्वान सज्जन, जिहड़ा कि दही नूं रिड़कदा है उसदे विचों मक्खन की प्राप्ति होंदी है, तत्त की प्राप्ति होंदी है। जल मथीए जल देखिए भाई, कोई जल नूं रिड़कदा रहे पूरा दिन भी रिड़के, पूरी जिंदगी भी रिड़के, पानी ने आखिर पानी ही रहना है। यह जग यह वत, यह संसार इस तरह की वत है। ये गुरु साहब जी इत्थे सानू समझा रहे हैं। आओ कि ये जगत भी इस तरह ही है कि माया के मोह विच फसिया होया है और इस जल की तरह रिड़क रहा है। अंत प्राप्ति कुछ भी नहीं होनी, माया च गलतान है। फिर कहने, गुर बिन भरम विगूचीए भाई, तो गुरु तो बिना मनुख भरमां विच पिया रहिंदा ते खुआर हुंदा है। घट घट देव अलख, जिहड़ा अलख परमात्मा ना लखा जाण वाला वो हर एक घट दे विच व्यापक है, तो पर मनुख उसदे नालों जुड़दा नहीं, इस करके खुआर ही हुंदा है। ये जग तागो सूत को पाई। हे भाई, ये संसार सूत का धागा है, धागे की न्याई है। दान दिस बांधो माए, ये मनुख नूं कहंदे ने ये जिहड़ा धागे दे नाल 10 दिशावां तो मनुख जिहड़ा वो बन्निया होया है। बिन गुर गांठ ना छुट्टी पाई, जिवें धागे नूं गंढ मारदे हाँ, मार कहंदे गुरु तो बिना इस धागे दीयां जिहड़ियां गंढां ने ये खुलदियां नहीं हैं। थक के कर्म कमाए, जितने मर्जी कर्म कर लईए थक जावांगे, पर यह गंढा गुरु तो बिना नहीं खुलणगियां। पाओ कि संसार का जिहड़ा गुझा भेद है वो गुरु ही सानू दस सकता है। गुरु तो बिना संसार के गुझे भेद की सूझी नहीं आ सकती। फिर महाराज आख रहे ने, यह जग भरम भुलाया भाई। हे भाई, ये जगत भरमां विच भुलिया होया है। कहना किछु ना जाए तो कुछ भी आख्या नहीं जा सकता जिन्ना चिर भरमां विच भुलिया होया। गुर मिले है पोह मन वसै पाई। हे भाई, जिन्होंने गुरु मिल पैंदा है उन्हां दे अंदर मन विच पोह जिहड़ा है परमात्मा का डर पैदा हो जाता है। तो पह मरना सच लेख, उन्होंने सच्चे लेख की सोझी हो जाती है। और तो पह मरना फिर वो परमात्मा के डर विच रहिंदे हन, तो इस तरह वो अपने विकारां नूं मार लैंदे हन। पह का अर्थ है परमात्मा का डर, मरना का अर्थ है अपने विकारां नूं मार लैना, बुराइयां नूं मार लैना। मज्जन दान चंगियाइयां पाई। हे भरा, स्नान करना, दान करना, सारियां चंगियाइयां ये नाम ही है परमात्मा का।
हे भाई दरगाह नाम विसेक, दरगाह के अंदर परमात्मा का नाम ही पहुँचता है, बाकी कोई भी चीज़ परमात्मा की दरगाह में प्रवान नहीं होंदी। अगले वचन कीते गुर अंकस जिन नाम दृढ़ाया भाई, हे भाई गुरु जिहड़ा है वो मनुख दे उत्ते जिमें कि मस्त हाथी हुंदा है, और कि मस्त हाथी रूपी जिहड़ा मन है इस दे उत्ते गुरु कुंडे की न्याई है। जिमें कि एक महावत हाथी के सिर ते कुंडा रखता है, जिसनों मारन कहा हस्ती सिर जो अंकस है, ऐरन जो सिर दे मन तन आगे राख है वो भी सेव करे। मार कहते गुर अंकस इस तरह ही इस मस्त होए मन रूपी हाथी के उत्ते गुरु जिहड़ा है वो अंकस है। जिन नाम दृढ़ाया भाई, हे भाई जिस गुरु ने परमात्मा के नाम नूं दृढ़ कराया अर्थ है पक्का करा दिता है। मन वसिया चूका भेग, जदों परमात्मा मन विच वस जाता है तो धार्मिक विखावा जिहड़ा है वो जीवन विचों दूर हो जाता है। नहीं तो पूरी जिंदगी मैं धार्मिक विखावा ही करता रहिंदा है, लोगों को दिखाता देखो जी मैं कितना धार्मिक हाँ, तो सब कहते हैं ये जीवन विचों धर्म तो बड़ा दूर रहिंदा है। पर जो मन के अंदर वाहिगुरू वस जाता है तो उस वेले इसके जीवन चो बाहर का जिहड़ा विखावा है धार्मिक वो पासे हो जाता है, दूर हो जाता है। ये जग ये तन हाट शराब को पाई, हे भाई ये शरीर जिहड़ा है शराब कहते ने साहूकार, परमात्मा दी दुकान है, हट है ते वखर नाम अपार। इस हट दे विच तू बेअंत परमात्मा दा नाम रूपी वस्तु नूं रख, उसनूं इस दे विच विहाज, उसका वपार कर।